ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟਿਐ। ਸਜਣ ਸਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਅਠਵਾ। ਦੋ ਤੁਕੇ ਸਤਵਾ, ਇੱਕ ਤੁਕਾ ਇੱਕ। ਬਿੰਦ ਤੇ ਜਿਨ ਪਿੰਡ ਕੀਆ, ਆਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਬਿੰਦ ਤੇ ਜਿਨ ਪਿੰਡ ਕੀਆ, ਆਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਪ੍ਰਾਨੇ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀਂ ਬੋਇਆ। ਰਹਾਉ ਬਾਰਕ ਤੇ ਬਿਰਧ ਭਇਆ, ਹੋ ਨਾ ਸੋ ਹੋਇਆ। ਜਾ ਜਮ ਆਏ ਝੋਟ ਪਕੜੈ, ਤਬ ਹੈ ਕਾਹੇ ਰੋਇਆ। ਜੀਵਨ ਕੀ ਆਸ ਕਰ ਹੈ, ਜਮ ਨਿਹਾਰੈ ਸਾਸਾ। ਬਾਜੀਗਰ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਜੀਵਨ ਕੀ ਆਸ ਕਰੈ, ਜਮ ਨਿਹਾਰੈ ਸਾਸਾ। ਬਾਜੀਗਰ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ, ਤਿਆਗ ਅਨੁਰਾਗ ਵੈਰਾਗ ਦੀ ਮੂਰਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੋਖ ਨਿਵਾਰਨ ਸਾਹਿਬ ਵਿਖੇ
ਚਵਰ ਛਤਰ ਤਖਤ ਦੇ ਮਾਲਕ, शब्दा अवतार, 10 पातशाहियों के आत्मक स्वरूप, हाजरा हजूर जहरा जहूर सर्व कला भरपूर, धन धन साहिब श्री गुरु ग्रंथ साहिब पातशाह जी की पावन पवित्र हजूरी अंदर अमृत वेले तो सजे हुए सुंदर सचखंड दीवाना दे विच हाजरियां भर रही गुरु प्यारी, गुरु सवारी, गुरु खालसा साथ संगत जीओ, वडभागे हो, धनता दे योग हो। जो आप जी गुरचरणा दे विच जुड़ करके तुर की बाणी आई तिन सगली चिंत मिटाई। रबी बाणी दे आस्था की वार दे शब्द कीर्तन गुरु घर दे कीर्तनिया पासों बहुत ही प्रेम दे विच पिछ करके सरवण कर रहे सी। उपरंत अमृत वेले आए हुए पावन मुखवाक दी विचार करन लई आपां सारे जुड़ बैठे हाँ। अमृत वेले जो पावन तख्तां ते सुभाए मन होकर के धन साहिब श्री गुरु ग्रंथ साहिब पातशाह जी ने साडे जीवां दे भले हित जो पावन मुखवाक बख्शिश कीते हुणे आप जी ने सरवण कीते हन। अज दा जो ये पावन शब्द सानू मुखवाक दे रूप विच प्राप्त होया, इस श्रोमणी भगत भगत कबीर साहब जी की रसना तो उच्चारण किया होया यह शब्द है आसा राग दे विच। जो धन साहिब श्री गुरु ग्रंथ साहिब पातशाह जी के 481 अंग तो लैके 482 अंग ते पावन शब्द सुभाए मन है। काशी दे विच रहिंदियां भगत कबीर साहब जी ने एक मनुख के जीवन नूं वेखना कीता, तकिया कि मनुखा जन्म पा करके वो प्रभु की बंदगी जिहड़ी है वो नहीं करता, प्रभु का नाम नूं विसरिया होया है। केवल दुनियावी पदार्थां विच लगा होया, लोभ मोह दे विच पिया होया, दुनिया दे सुखां विच लग्या होया, पर प्रभु याद नहीं। जिसने इस शरीर दी घाड़त कीती है, जिसने इस शरीर नूं बनाया है, उन्होंने कदी नहीं सिमरदा, कदी चेते नहीं करता। उन्होंने वेख करके भगत कबीर साहब जी ने यह पावन शब्द जड़ा उच्चारण किया। आओ रल मिल के शब्द नूं विचारण का जतन करिए।
ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ, ਇਕਾਗਰਤਾ ਬਣਾਉਣ ਦੇ ਲਈ ਰਸਨਾ ਦੀ ਕਲਿਆ ਨਿਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 2 ਤੁਕੇ 7 1 ਤੁਕਾ 1। ਬੀਜ ਮੰਤਰ ਮੰਗਲਾਚਰਨ ਕਰਦਿਆ ਇੱਕ ਓਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ ਹੈ, ਸਤ ਚੇਤਨ ਸਵਰੂਪ ਹੈ। ਗੁਰ ਪ੍ਰਸਾਦ ਐਸੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਨੂੰ ਹੁੰਦੀ ਹੈ। ਆਸਾ ਰਾਗ ਵਿੱਚ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਔਰ ਜੋ ਇਹ ਬਾਣੀ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੀ ਆਰੰਭ ਹੋਈ ਹੈ, ਇਹਦੇ ਵਿੱਚ 3 ਪਦਿਆਂ ਵਾਲੇ 8 ਸ਼ਬਦ ਤੇ ਪਦੇ 8, 3 ਪਦਿਆਂ ਵਾਲੇ 8 ਸ਼ਬਦ ਹਨ। 2 ਤੁਕੇ 7, 2 ਤੁਕਾਂ ਵਾਲੇ 7 ਸ਼ਬਦ ਹਨ। 1 ਤੁਕਾ 1 ਤੇ 1 ਤੁਕ ਵਾਲਾ ਜਿਹੜਾ ਉਹ 1 ਸ਼ਬਦ ਹੈ। ਬਿੰਦਤ ਜਨ ਪਿੰਡ ਕੀਆ ਆਗਨ ਕੁੰਡ ਰਹਾਇਆ। ਕਬੀਰ ਸਾਹਿਬ ਸ਼ਬਦ ਦੀ ਆਰੰਭਤਾ ਕਰਦਿਆਂ ਉਪਦੇਸ਼ ਦੇ ਰਹੇ ਹਨ। ਜਿਸ ਪਾਣੀ ਤੇ ਜਿਣ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ। ਮਨੁੱਖ ਇਸ ਸਰੀਰ ਦਾ ਬਹੁਤ ਮਾਣ ਕਰਦਾ ਹੈ, ਬੜਾ ਸਵਾਰਦਾ ਇਹਨੂੰ। ਕਈਆਂ ਦਾ ਸਾਰਾ ਦਿਨ ਇਸ ਨੂੰ ਸਵਾਰਨ ਵਿੱਚ ਹੀ ਲੰਘ ਜਾਂਦਾ ਹੈ, ਪਰ ਪਰਮੇਸ਼ਰ ਨੂੰ ਨਹੀਂ ਸਿਮਰਦਾ, ਪਰਮੇਸ਼ਰ ਵਿਸਰਿਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਕਿ ਬਿੰਦ ਤੇ ਜਨ ਪਿੰਡ ਕੀਆ। ਪਿਤਾ ਦੇ ਬਿੰਦ ਤੋਂ ਇੱਕ ਬੂੰਦ ਤੋਂ ਤੇਰਾ ਜਿਹੜਾ ਇਹ ਪਿੰਡ ਹੈ, ਇਹ ਸਰੀਰ ਉਸ ਪਰਮੇਸ਼ਰ ਨੇ ਬਣਾਇਆ ਹੈ। ਅਗਨ ਕੁੰਡ ਰਹਾਇਆ। ਹੁਣ ਅਗਨੀ ਦਾ ਕੁੰਡ ਕਿਹੜਾ ਹੈ? ਮਾਤਾ ਦਾ ਪੇਟ। ਪਿਤਾ ਦੇ ਬਿੰਦ ਤੋਂ, ਉਹਦੀ ਇੱਕ ਬੂੰਦ ਤੋਂ ਤੇਰਾ ਇਹ ਸਰੀਰ ਘੜਿਆ, ਔਰ ਮਾਤਾ ਦੇ ਪੇਟ ਵਿੱਚ ਰੱਖ ਕਰਕੇ ਉੱਥੇ ਤੇਰੀ ਰੱਖਿਆ ਕੀਤੀ। ਮਾਤਾ ਕੇ ਉਦਰ ਮੈਂ ਪ੍ਰਪਾਲ ਕਰੇ ਸੋ ਕਿਉ ਮਨੋ ਵਿਸਾਰੀਏ, ਸਾਹਿਬ ਜੀ ਬਾਣੀ ਅੰਦਰ ਕਹਿੰਦੇ ਨੇ। ਉਹ ਵਾਹਿਗੁਰੂ ਪਰਮੇਸ਼ਰ ਫਿਰ ਉੱਥੇ ਰੱਖਿਆ ਵੀ ਕਰਦਾ, ਉਹਨੇ ਤੇਰੀ ਰੱਖਿਆ ਕੀਤੀ ਉੱਥੇ ਰੱਖ ਕਰਕੇ। ਮਾਤਾ ਦੇ ਉਦਰ ਵਿੱਚ ਜਿਹੜੀ ਅਗਨੀ ਦਾ ਕੁੰਡ ਸੀ, ਜਿੱਥੇ ਜੀਵ ਇਹ ਪੁੱਠਾ ਲੜਕਿਆ ਹੁੰਦਾ ਹੈ, ਉੱਥੇ ਵਾਹਿਗੁਰੂ ਪਰਮੇਸ਼ਰ ਆਪ ਹੱਥ ਦੇ ਕੇ ਰੱਖਿਆ ਕਰਦਾ ਇਸ ਜੀਵ ਦੀ, ਉਸ ਅਗਨੀ ਤੋਂ ਬਚਾਉਂਦਾ ਹੈ। ਹਾਂਜੀ। 10 ਮਾਸ ਮਾਤਾ ਉਦਰ ਰਾਖਿਆ, ਬਾਹਰ ਲਾਗੀ ਮਾਇਆ। 10 ਮਾਸ 10 ਮਹੀਨੇ ਮਾਤਾ ਉਦਰ ਰੱਖਿਆ, ਮਾਤਾ ਦੇ ਉਦਰ ਵਿੱਚ ਰੱਖ ਕੇ ਤੇਰੀ ਰੱਖਿਆ ਕੀਤੀ।
ਬਾਹੁਰ ਲਾਗੀ ਮਾਇਆ। ਹੁਣ ਜਦੋਂ ਮਾਤਾ ਦੇ ਉਦਰ ਵਿੱਚ ਸੀ ਉਦੋਂ ਬਾਰ-ਬਾਰ ਸਿਮਰਦਾ, ਬਾਰ-ਬਾਰ ਚੇਤੇ ਕਰਦਾ ਕਿ ਮੈਨੂੰ ਇਸ ਅੱਗ ਵਿੱਚੋਂ ਇੱਕ ਵਾਰੀ ਕੱਢ ਲੈ, ਮੈਂ ਤੈਨੂੰ ਕਦੀ ਵੀ ਭੁਲਾਵਾਂਗਾ ਨਹੀਂ, ਸਿਮਰਾਂਗਾ। ਹੁਣ 10 ਮਹੀਨੇ ਉੱਥੇ ਪੁੱਠਾ ਲੜਕਿਆ ਰਿਹਾ, ਉੱਥੇ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ। ਬਾਹੁਰ ਲਾਗੀ ਮਾਇਆ। ਤੇ ਜਦੋਂ ਜਨਮ ਹੁੰਦਾ ਹੈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਬਾਣੀ ਪੜ੍ਹਦੇ ਆ ਤੇ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਨਮ ਹੁੰਦੇ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਇਆ ਭਾਬੀ ਬੇਬਾ, ਚੌਥਾ ਪਿਆਰ ਉਪਨੀ ਖੇਡ, ਪੰਜਵਾ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੈ ਜਾਤ, ਸਤਵਾਂ ਸੰਜ ਕੀਆ ਕਰਵਾਸ, ਅਠਵਾਂ ਕ੍ਰੋਧ ਹੋਆ ਤਨ ਨਾਸ, ਨਾਵਾਂ ਧਾਲੇ ਉਬੇ ਸਾ। ਇੱਥੇ ਅਵਸਥਾ ਆ ਗਈ। ਦਸਵਾਂ ਦਦਾ ਹੋਏ ਸੁਆਹ, ਗਏ ਸੰਗੀਤ ਪੁਕਾਰੀ ਤਾਹਾ। ਫਿਰ ਉਹ ਮਾਇਆ ਨੇ ਪ੍ਰਭਾਵ ਪਾ ਲਿਆ। ਮਾਇਆ ਮਾਤਾ ਦੇ ਦੁੱਧ ਨਾਲ ਅਸਥਨ ਨਾਲ ਪਿਆਰ ਹੋ ਗਿਆ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਜਦੋਂ ਥੋੜਾ ਜਿਹਾ ਵੱਡਾ ਹੋਇਆ ਫਿਰ ਪਿਤਾ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਹੈ, ਆ ਮਾਂ ਹੈ। ਤੀਜਾ ਭਇਆ ਭਾਬੀ ਬੇਬ। ਫਿਰ ਜੋ ਥੋੜਾ ਹੋਰ ਵੱਡਾ ਹੋਇਆ ਬਾਕੀ ਰਿਸ਼ਤਿਆਂ ਦਾ ਪਤਾ ਲੱਗਣ ਲੱਗ ਗਿਆ। ਚੌਥਾ ਪਿਆਰ ਉਪੰਨੀ ਖੇਡ, ਥੋੜਾ ਹੋਰ ਵੱਡਾ ਹੋਇਆ ਫਿਰ ਖੇਡਾਂ ਵਿੱਚ ਲੱਗ ਗਿਆ, ਖੇਡ ਪਿਆਰੀ ਹੋ ਗਈ। ਪੰਜਵਾਂ ਖਾਣ ਪੀਣ ਕੀ ਧਾਤ। ਫਿਰ ਜਦੋਂ ਥੋੜਾ ਜਿਹਾ ਜਵਾਨੀ ਵੱਲ ਵਧਣ ਲੱਗਾ ਫਿਰ ਖਾਣ ਪੀਣ ਦੇ ਵਿੱਚ ਲੱਗ ਗਿਆ, ਖਾਣ ਪੀਣ ਦੇ ਪਦਾਰਥਾਂ ਵਿੱਚ ਮਸਤ ਹੋ ਗਿਆ। ਛੇਵਾਂ ਕਾਮ ਨਾ ਪੁੱਛਿਆ ਜਾਤ। ਜਦੋਂ ਜਵਾਨੀ ਦੀ ਉਮਰ ਆਈ ਫਿਰ ਕਾਮ ਨੇ ਜਕੜ ਲਿਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੇ 10 ਮਹੀਨੇ ਮਾਤਾ ਦੇ ਉਦਰ ਵਿੱਚ ਰੱਖ ਕੇ ਤੇਰੀ ਰੱਖਿਆ ਕੀਤੀ। ਤੇ ਜਿੱਥੇ ਤੂੰ ਉਹਨੂੰ ਬਾਰ-ਬਾਰ ਸਿਮਰਦਾ ਸੀ, ਜਿੱਥੇ ਤੈਨੂੰ ਨੇ ਹੱਥ ਦੇ ਕੇ ਬਚਾਇਆ, ਤੇ ਜਨਮ ਲੈਂਦੇ ਮਾਇਆ ਨੇ ਤੇਰੇ ਉੱਪਰ ਪ੍ਰਭਾਵ ਪਾ ਲਿਆ। ਬਾਹਰ ਲਾਗੀ ਮਾਇਆ, ਮਾਇਆ ਨੇ ਜਿਹੜਾ ਉਹ ਤੇਰੇ ਉੱਪਰ ਪ੍ਰਭਾਵ ਪਾ ਲਿਆ। ਪ੍ਰਾਨੇ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਹੁਣ ਵੇਖਦੇ ਨੇ ਕਬੀਰ ਸਾਹਿਬ ਕਿ ਮਨੁੱਖ ਸਭ ਕੁਝ ਭੁੱਲ ਗਿਆ ਕਿ ਕਿਵੇਂ ਉਹਨੇ ਮੇਰੀ ਇਹ ਘਾੜਤ ਘੜੀ, ਕਿਵੇਂ ਮਾਤਾ ਦੇ ਉਦਰ ਵਿੱਚ ਰੱਖ ਕੇ ਮੇਰੀ ਰੱਖਿਆ ਕੀਤੀ, ਮੈਨੂੰ ਬਚਾਇਆ, ਉੱਥੇ ਮੇਰੀ ਪ੍ਰਤਪਾਲਣਾ ਕੀਤੀ। ਤੇ ਜਿਹਨੂੰ ਮੈਂ ਕਹਿੰਦਾ ਹਾਂ ਕਿ ਇੱਥੋਂ ਅਗਨ ਕੁੰਡ ਵਿੱਚੋਂ ਮੈਨੂੰ ਕੱਢ ਲੈ, ਮੈਂ ਤੈਨੂੰ ਬਾਰ-ਬਾਰ ਸਿਮਰਾਂਗਾ, ਤੇ ਹੁਣ ਲੋਭ ਵਿੱਚ ਪੈ ਗਿਆ, ਵਿਸਰ ਗਿਆ ਪ੍ਰਭੂ। ਹੁਣ ਪ੍ਰਭੂ ਵਿਸਰਿਆ ਤੇ ਜਿਹੜਾ ਜਨਮ ਸੀ ਰਤਨ ਉਹ ਖੋਇਆ, ਅਜਾਈ ਗਵਾ ਦਿੱਤਾ। ਮਨੁੱਖ ਜਨਮ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਨੇ ਕੀਮਤੀ ਰਤਨ ਕਿਹਾ, ਪਰਮੇਸ਼ਰ ਨਾਲ ਮਿਲਣ ਦਾ ਅਵਸਰ ਕਿਹਾ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਵੀ ਤੈਨੂੰ ਅਵਸਰ ਮਿਲਿਆ, ਤੇਰੀ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਦੀ। ਤੇ ਕੀਮਤੀ ਰਤਨ ਹੈ ਮਨੁੱਖਾ ਜਨਮ ਤੇਰਾ, ਪਰ ਮਨੁੱਖ ਨਹੀਂ ਜਾਣਦਾ। ਰੈਨ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਕਰਕੇ ਪ੍ਰਾਣੀ ਕਾਹੇ ਕੋ ਲੋਭ ਲਾਗੇ, ਕਿਉਂ ਲੋਭ ਵਿੱਚ ਪਿਆ ਹੋਇਆ ਹੈ, ਕਿਉਂ ਲੋਭ ਵਿੱਚ ਲੱਗ ਕੇ ਤੂੰ ਉਸ ਪ੍ਰਭੂ ਨੂੰ ਵਿਸਾਰਿਆ ਹੈ ਜਿਹਨੇ ਪਿਤਾ ਦੇ ਬਿੰਦ ਤੋਂ ਬੂੰਦ ਤੋਂ ਤੇਰਾ ਇਹ ਸਰੀਰ ਬਣਾਇਆ, ਮਾਤਾ ਦੇ ਅਗਨ ਕੁੰਡ ਵਿੱਚ ਰੱਖ ਕੇ ਸਰੀਰ ਨੂੰ ਉੱਥੇ 9-10 ਮਹੀਨੇ ਤੇਰੀ ਰੱਖਿਆ ਕੀਤੀ, ਤੈਨੂੰ ਪਾਲਣਾ ਕੀਤਾ, ਤੇ ਹੁਣ ਉਹ ਤੈਨੂੰ ਵਿਸਰ ਗਿਆ, ਤੂੰ ਲੋਭ ਵਿੱਚ ਪੈ ਗਿਆ, ਉਹਨੂੰ ਵਿਸਾਰ ਦਿੱਤਾ। ਇਹ ਜਿਹੜਾ ਜਨਮ ਸੀ, ਰਤਨ ਜਨਮ ਸੀ ਤੈਨੂੰ ਪ੍ਰਾਪਤ ਹੋਇਆ, ਕੀਮਤੀ ਰਤਨ ਸੀ ਜਿਹੜਾ, ਉਹ ਤੂੰ ਅਜਾਈ ਗਵਾ ਰਿਹਾ, ਇਹਨੂੰ ਖੋ ਰਿਹਾ, ਉਹਦੀ ਤੈਨੂੰ ਸਾਰ ਹੀ ਨਹੀਂ।
ਉਹਦੇ ਬਾਬਤ ਤੂੰ ਜਾਣਦਾ ਹੀ ਨਹੀਂ। ਇਹਨੂੰ ਅਜਾਈ ਲੋਭ ਦੇ ਵਿੱਚ ਪੈ ਕਰਕੇ ਗਵਾ ਰਿਹਾ ਹੈ। ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ। ਪੂਰਬਲੇ ਕਰਮਾਂ ਕਰਕੇ ਮਨੁੱਖਾ ਜਨਮ ਪ੍ਰਾਪਤ ਹੋਇਆ, ਨਹੀਂ ਤਾਂ ਪਹਿਲਾਂ ਸਾਹਿਬ ਜੀ ਗੁਰਬਾਣੀ ਵਿੱਚ ਦੱਸਦੇ ਨੇ ਕਿ ਕਿੰਨੀਆਂ ਜੂਨੀਆਂ ਭੋਗ ਕਰਕੇ 84 ਲੱਖ ਜੂਨਾਂ, ਉਹਨਾਂ ਦੇ ਵਿੱਚੋਂ ਹੋ ਕਰਕੇ ਕੋਈ ਚੰਗਾ ਕੀਤਾ ਹੋਇਆ ਕਰਮ ਜਦੋਂ ਆਇਆ, ਉਹ ਚੰਗੇ ਕੀਤੇ ਹੋਏ ਪੂਰਬਲੇ ਕਰਮਾਂ ਦੇ ਮੁਤਾਬਕ ਮਨੁੱਖਾ ਜਨਮ ਪ੍ਰਾਪਤ ਹੋਇਆ। ਪ੍ਰਾਪਤ ਕਾਦੇ ਵਾਸਤੇ ਹੋਇਆ? ਮਿਲ ਜਗਦੀਸ਼ ਮਿਲਨ ਕੀ ਬਰੀਆ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਤੈਨੂੰ ਇਸ ਵਾਸਤੇ ਪ੍ਰਾਪਤ ਹੋਇਆ, ਪੂਰਬਲੇ ਕਰਮਾਂ ਕਰਕੇ ਤੈਨੂੰ ਮਨੁੱਖਾ ਜਨਮ ਮਿਲਿਆ। ਕਰਮ ਭੂਮ ਬੀਜ ਨਹੀਂ ਬੋਇਆ, ਪਰ ਮਨੁੱਖਾ ਜਨਮ ਨੂੰ ਪਾ ਕੇ ਤੂੰ ਚੰਗਾ ਜਿਹੜਾ ਨਾਮ ਰੂਪੀ ਬੀਜ ਹੈ ਉਹ ਬੀਜਣਾ ਨਹੀਂ ਕੀਤਾ। ਇਹ ਸਰੀਰ ਰੂਪੀ ਧਰਤੀ ਦੇ ਅੰਦਰ ਚੰਗੇ ਕਰਮਾਂ ਰੂਪੀ ਨਾਮ ਰੂਪੀ ਜਿਹੜਾ ਬੀਜ ਸੀ ਉਹ ਨਹੀਂ ਬੋਇਆ, ਨਹੀਂ ਬੀਜਣਾ ਕੀਤਾ। ਰਹਾਉ ਬਾਰਕ ਤੇ ਬਿਰਦ ਭਇਆ ਹੋ ਨਾ ਸੋ ਹੋਇਆ। ਤਿੰਨ ਅਵਸਥਾ ਨੇ ਸਾਡੇ ਸਰੀਰ ਦੀਆਂ, ਬਾਲ ਜਵਾਨੀ ਔਰ ਬਿਰਧ ਫੁੱਲ, ਤੀਨ ਅਵਸਥਾ ਜਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। बचपन है, जवानी है, बुढ़ापा है। कदे भी मस्कीन साहब जी का बचन है, कहते कदे भी कोई मनुख एक दिन विच जवान नहीं हुंदा, बचपन तो हर रोज जवानी वाले पासे वध रहा है। तो कहते एक दिन विच कदे कोई बुजुर्ग नहीं हुंदा, जवानी तो बाद हर रोज बुजुर्गी वाले पासे ਨੂੰ ਵਧ ਰਿਹਾ ਮਨੁੱਖ। ਇਸ ਕਰਕੇ ਬਾਰਕ ਤੇ ਬਿਰਧ ਭਇਆ, ਬਚਪਨ ਜਿਹੜੀ ਸੀ ਉਹ ਖੇਡਾਂ ਖੇਡਦਿਆਂ ਲੰਘ ਗਿਆ, ਬਚਪਨ ਖੇਡਾਂ ਵਿੱਚ ਬਤੀਤ ਹੋ ਗਿਆ। ਜਵਾਨੀ ਉਹ ਖਾਣ ਪੀਣ ਵਿੱਚ ਵਿਕਾਰਾਂ ਵਿੱਚ ਲੰਘ ਗਈ। ਬਜ਼ੁਰਗੀ ਦੀ ਅਵਸਥਾ ਆ ਗਈ, ਹੋਣਾ ਸੋ ਹੋਇਆ। ਫਿਰ ਕੀ ਹੁੰਦਾ? ਉਹ ਸਮਾਂ ਜਦੋਂ ਆਉਂਦਾ ਹੈ ਤੇ ਮਨੁੱਖ ਫਿਰ ਖਾਲੀ ਹੱਥ ਇੱਥੋਂ ਤੁਰ ਪੈਂਦਾ। ਤਿੰਨੇ ਅਵਸਥਾਵਾਂ ਲੰਘਾ ਦਿੱਤੀਆਂ, ਪਰ ਪ੍ਰਭੂ ਨਹੀਂ ਸਿਮਰਿਆ। ਨਾ ਬਚਪਨ ਵਿੱਚ ਚੇਤੇ ਆਇਆ, ਉਹਦੀ ਯਾਦ ਆਈ, ਨਾ ਜਵਾਨੀ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ। ਤੇ ਜਦੋਂ ਬਜ਼ੁਰਗੀ ਦੀ ਅਵਸਥਾ ਹੋ ਜਾਂਦੀ ਹੈ ਫਿਰ ਵੀ ਨਹੀਂ ਸਿਮਰਦਾ, ਫਿਰ ਵੀ ਪ੍ਰਭੂ ਨੂੰ ਚੇਤੇ ਨਹੀਂ ਕਰਦਾ। ਨੈਣੋ ਨੀਰ ਭਏ ਤਨ ਖੀਨਾ, ਨੈਣੋ ਨੀਰ, ਨੈਣਾ ਵਿੱਚੋਂ ਨੀਰ ਵਹਿਣ ਲੱਗ ਪੈਂਦਾ। ਸਰੀਰ ਜਿਹੜਾ ਉਹ ਸੱਤਿਆਹੀਨ ਹੋ ਜਾਂਦਾ, ਤਾਕਤ ਚਲੀ ਜਾਂਦੀ ਹੈ। ਭਏ ਕੇਸ ਦੁੱਧਵਾਨੀ, ਕੇਸ ਵੀ ਚਿੱਟੇ ਦੁੱਧ ਵਰਗੇ ਹੋ ਗਏ। रुदा कंठ शब्द नहीं उचराया, क्या करा परानी। हुण कंठ विच शब्द भी चंगी तरह नहीं निकलता, समझ नहीं आती जो बोलता। बजुर्गी की अवस्था हो जाती है, जो बोलता वो समझ भी नहीं लगती। हुण की करेगा प्राणी? बचपन भी लंघ गया, जवानी भी लंघ गई, बिरध भया, कहते बजुर्गी की अवस्था हो गई, आ गई। होना सो होया, जो होना सी फिर वो वापर गया। जा जम आए चोट पकड़े तब है काहे रोया। जा जम आए झोट पकड़े, झोट तो पाव सिर दी चोटी तो, केसा तो। जो जम आके पकड़दा है तब है काहे रोया, फिर हुण क्यों रोना है? ਜਦੋਂ ਤੇਰੇ ਕੋਲ ਸਮਾਂ ਸੀ, ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ, ਤੈਨੂੰ ਮਨੁੱਖਾ ਜਨਮ ਦੇ ਕੇ ਸੰਸਾਰ ਤੇ ਭੇਜਿਆ। ਪ੍ਰਭੂ ਦੀ ਬੰਦਗੀ ਕਰਨ ਵਾਸਤੇ, ਇਬਾਦਤ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ, ਸੇਵਾ ਸਿਮਰਨ ਕਰਨ ਵਾਸਤੇ, ਪਰਉਪਕਾਰ ਕਰਨ ਵਾਸਤੇ ਕੁਝ ਨਹੀਂ ਕੀਤਾ। ਸਾਰਾ ਸਮਾਂ ਐਵੇਂ ਗਵਾ ਲਿਆ।
ਤੇ ਜਦੋਂ ਜਮਾ ਨੇ ਆ ਕੇ ਜਮ ਨੇ ਤੈਨੂੰ ਕੇਸਾਂ ਤੋਂ ਪਕੜ ਲਿਆ, ਤਬੇ ਕਾਹੇ ਰੋਇਆ, ਫਿਰ ਕਿਉਂ ਰੋਣਾ ਹੈ? ਹੁਣ ਰੋਣ ਦਾ ਕੋਈ ਫਾਇਦਾ ਨਹੀਂ, ਉਹ ਵੇਲਾ ਤੋਂ ਵਿਹਾ ਚੁੱਕਾ ਹੈ, ਹੁਣ ਰੋਣ ਦਾ ਕੋਈ ਫਾਇਦਾ ਨਹੀਂ। ਜੀਵਨ ਕੀ ਆਸ ਕਰ ਹੈ, ਜਮ ਨਿਹਾਰੈ ਸਾਸਾ। ਮਨੁੱਖ ਦੀ ਫਿਤਰਤਾ, ਮਨੁੱਖ ਜਿਉਣਾ ਚਾਹੁੰਦਾ ਹੈ, ਜੀਵਨ ਕੀ ਆਸ ਕਰੇ। ਭਾਵੇਂ ਕਿਸੇ ਦੀ ਉਮਰ 100 ਸਾਲ ਵੀ ਹੋ ਜਾਵੇ ਨਾ, ਉਹ ਕਦੇ ਨਹੀਂ ਕਹਿੰਦਾ ਕਿ ਮੈਂ ਸੰਸਾਰ ਤੋਂ ਜਾਵਾਂ, ਫਿਰ ਵੀ ਕਹੇਗਾ ਯਤਨ ਕਰੋ ਕਿਸੇ ਤਰ੍ਹਾਂ ਬਚਾ ਲਵੋ, ਫਿਰ ਵੀ ਜਿਉਣ ਦੀ ਆਸ ਰੱਖੀ ਬੈਠਾ। ਕਿਉਂਕਿ ਮਨੁੱਖ ਦੇ ਅੰਦਰ ਜੀਵਨ ਦੀ ਚਾਹਤ ਹੈ, ਇਸੇ ਕਰਕੇ ਮੌਤ ਦਾ ਭੈ ਬਣਿਆ ਰਹਿੰਦਾ ਹੈ। ਜੀਵਨ ਦੀ ਵੱਡੀ ਇੱਛਾ ਹੋਣ ਕਰਕੇ ਮੌਤ ਦਾ ਭੈ ਸਤਾਉਂਦਾ ਹੈ, ਮੌਤ ਦਾ ਨਾਂ ਨਹੀਂ ਸੁਣਨਾ ਚਾਹੁੰਦਾ ਮਨੁੱਖ। ਸਰੀਰ ਜਰਜਰਾ ਹੋ ਜਾਵੇ, ਗੋਡੇ ਕੰਮ ਨਾ ਕਰਦੇ ਹੋਣ, ਚੱਲਣ ਫਿਰਨ ਤੋਂ ਅਸਮਰੱਥ ਹੋ ਜਾਵੇ, ਫਿਰ ਵੀ ਮਨੁੱਖ ਕਹਿੰਦਾ ਹੈ ਕਿ ਕੋਈ ਕੁਸ਼ਤੇ ਹੀ ਬਣਾ ਦਿਓ, ਮੈਂ ਖਾ ਲਵਾਂ, ਕੋਈ ਐਸੀ ਚੀਜ਼ ਲਿਆ ਦਿਓ ਕਿ ਮੈਂ ਫਿਰ ਜਿਹੜਾ ਉਹ ਜਵਾਨ ਹੋ ਜਾਵਾਂ, ਜਿਉਂਦਾ ਰਹਾਂ। ਬੜੇ ਬੜੇ ਮਾਇਆ ਧਾਰੀ ਪੈਸੇ ਵਾਲੇ ਜਿਹੜੇ ਲੋਕ ਨੇ, ਉਹ ਬੜੇ ਬੜੇ ਕੁਸ਼ਤੇ ਬਣਾ ਕੇ ਖਾਂਦੇ ਨੇ, ਅੱਖਾਂ ਚੋਂ ਪਾਣੀ ਵਹਿੰਦਾ, ਗੋਡੇ ਕੰਮ ਨਹੀਂ ਕਰਦੇ, ਤੁਰਿਆ ਫਿਰਿਆ ਜਾਂਦਾ ਨਹੀਂ, ਫਿਰ ਵੀ ਜੀਵਨ ਦੀ ਆਸ ਲੈ ਕੇ ਬੈਠਾ, ਅਜੇ ਵੀ ਜਿਉਣਾ ਚਾਹੁੰਦਾ ਮਨੁੱਖ। ਇਹ ਜੀਵਨ ਦੀ ਚਾਹਤ ਲੈ ਕਰਕੇ ਬੈਠਾ, ਪਰ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਆਨ ਘਾਲੇ ਸਭ ਦਿਵਸ ਸਾਸ, ਨ ਬੜਨ ਘਟਨ ਤਿਲਸਾਰ, ਜੀਵਨ ਲੋਰੈ ਭਰਮ ਮੋਹ, ਨਾਨਕ ਤੇਉ ਗਵਾਰ। ਕਹਿੰਦੇ ਮਨੁੱਖ ਕਦੀ ਚੇਤੇ ਨਹੀਂ ਕਰਦਾ ਕਿ ਉਸ ਪ੍ਰਭੂ ਨੇ ਸਵਾਸ ਗਿਣ ਕੇ ਸਰੀਰ ਰੂਪੀ ਭਾਂਡੇ ਵਿੱਚ ਪਾਏ ਨੇ। ਆਨ ਘਾਲੇ ਸਭ ਦਿਵਸ ਸਾਸ, ਦਿਨ ਵੀ ਜ਼ਿੰਦਗੀ ਦੇ ਗਿਣ ਕੇ ਦਿੱਤੇ ਨੇ, ਨਿਯਤ ਸਮਾਂ। ਸੋ ਦਿਨ ਆਵਣ ਲਾਗਾ, ਉਹ ਦਿਨ ਮਨੁੱਖ ਨਹੀਂ ਯਾਦ ਕਰਦਾ ਕਿ ਉਹ ਦਿਨ ਮੇਰਾ ਨੇੜੇ ਆ ਰਿਹਾ ਹੈ। ਮਨੁੱਖੀ ਜੀਵਨ ਦੇ ਅੰਦਰ ਜਿਹੜਾ ਅਸੀਂ ਕੋਈ ਦਿਨ ਨਿਯਤ ਕਰਦੇ ਹਾਂ, ਸਾਹਾ ਮਿੱਥਦੇ ਹਾਂ ਕਿਸੇ ਕੰਮ ਲਈ, ਚਾਹੇ ਵਿਆਹ ਦਾ ਕਾਰਜ ਕਰਨਾ ਹੋਵੇ ਸਾਹਾ ਮਿੱਥਿਆ ਜਾਂਦਾ, ਕਿਤੇ ਕੋਈ ਹੋਰ ਕਾਰਜ ਕਰਨਾ ਹੋਵੇ ਉਹਦੇ ਦਿਨ ਨਿਯਤ ਕਰਦੇ ਹਾਂ, ਕਿਸੇ ਕੰਟਰੀ ਵਿਦੇਸ਼ ਜਾਣਾ ਹੈ ਤਾਂ ਉਹਦੇ ਲਈ ਅਸੀਂ ਬੁਕਿੰਗ ਕਰਵਾਉਂਦੇ ਹਾਂ, ਟਿਕਟ ਬੁੱਕ ਕਰਾਉਂਦੇ ਹਾਂ, ਫਲਾਣੇ ਦਿਨ ਨੂੰ ਮੇਰੀ ਫਲਾਈਟ ਹੈ, ਸਮਾਂ ਨਿਸ਼ਚਿਤ ਕਰਦਾ। ਮਨੁੱਖ ਦਾ ਕੀਤਾ ਹੋਇਆ ਜਿਹੜਾ ਨਿਸ਼ਚਿਤ ਸਮਾਂ ਉਹ ਟਲ ਸਕਦਾ ਹੈ। ਕੋਈ ਐਸਾ ਕਾਰਨ ਬਣ ਗਿਆ, ਟਿਕਟ ਕੈਂਸਲ ਕਰਾਉਣੀ ਪੈ ਸਕਦੀ ਹੈ, ਫਲਾਈਟ ਕੈਂਸਲ ਕਰਵਾਉਣੀ ਪੈ ਸਕਦੀ ਹੈ। ਵਿਆਹ ਦਾ ਕਾਰਜ ਰੱਖਿਆ, ਕੋਈ ਐਸਾ ਘਰ ਵਿੱਚ ਕਾਰਨ ਬਣ ਗਿਆ ਤੇ ਉਹ ਤਰੀਕ ਅੱਗੇ ਪਿੱਛੇ ਕਰਨੀ ਪੈ ਸਕਦੀ ਹੈ, ਉਹ ਅੱਗੇ ਪਿੱਛੇ ਹੋ ਸਕਦੀ ਹੈ। ਪਰ ਜਿਹੜਾ ਸਾਹਾ ਉਸ ਪ੍ਰਭੂ ਨੇ ਮਿਥਿਆ, ਉਹ ਇੱਕ ਛਿਨ ਮਾਤਰ ਵੀ ਅੱਗੇ ਪਿੱਛੇ ਨਹੀਂ ਹੋਣਾ, ਨਹੀਂ ਹੋਣਾ। ਗਿਣ ਕੇ ਸਵਾਸ ਦਿੱਤੇ, ਗਿਣ ਕੇ ਦਿਨ ਜ਼ਿੰਦਗੀ ਦਾ ਸਮਾਂ ਦਿੱਤਾ, ਪਰ ਜੀਵਨ ਲੋਰੈ ਭਰਮ ਮੋਹ। ਇਹ ਭਰਮ ਦੇ ਵਿੱਚ, ਮੋਹ ਵਿੱਚ ਪਿਆ ਮਨੁੱਖ ਜਿਉਣਾ ਚਾਹੁੰਦਾ ਹੈ। ਨਾਨਕ ਤੇਉ ਗਵਾਰ, ਕਹਿੰਦੇ ਮੂਰਖ ਹੈ ਮਨੁੱਖ। ਇਹਨੂੰ ਭੁੱਲਿਆ ਹੋਇਆ ਕਿ ਮਰਨ ਲਿਖਾਏ ਮੰਡਲ ਮੈਂ ਆਏ, ਮੈਂ ਮੌਤ ਜਿਹੜੀ ਆ ਉਹ ਨਿਸ਼ਚਿਤ ਕਰਵਾ ਕੇ ਫਿਰ ਸੰਸਾਰ ਤੇ ਆਇਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿੱਡਾ ਵੱਡਾ ਸਾਡੇ ਤੇ ਪਰਉਪਕਾਰ ਕਰਦੇ ਨੇ। ਕਹਿੰਦੇ ਮਨੁੱਖ ਤੂੰ ਮੌਤ ਤੋਂ ਬਹੁਤ ਘਬਰਾਉਣਾ, ਮੌਤ ਤੋਂ ਡਰਦਾ। ਤੇ ਕਹਿੰਦੇ ਜੇਕਰ ਤੂੰ ਮੌਤ ਨੂੰ ਕਬੂਲ ਕਰ ਲਵੇਂ ਤੇ ਮੌਤ ਦਾ ਭੈ ਤੈਨੂੰ ਕਦੀ ਨਹੀਂ ਆਵੇਗਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਇੱਥੇ ਭਗਤ ਸਿੰਘ ਕਹਿੰਦੇ ਨੇ ਜੀਵਨ ਹੈ ਕਿ ਆਸ ਕਰੇ। ਕਹਿੰਦੇ ਤੂੰ ਜਿਉਣ ਦੀ ਆਸ ਲੈ ਕੇ ਬੈਠਾ ਹੈ ਤਾਂ ਤੈਨੂੰ ਮੌਤ ਦਾ ਭੈ ਸਤਾਉਂਦਾ ਹੈ। ਤੇ ਜੇ ਤੂੰ ਜਿਉਣ ਦੀ ਆਸ ਛੱਡ ਦੇ, ਮੌਤ ਨੂੰ ਕਬੂਲ ਕਰ ਲਵੇ, ਤੇਰੇ ਅੰਦਰੋਂ ਮੌਤ ਦਾ ਭੈ ਨਿਕਲ ਜਾਵੇਗਾ। ਫਿਰ ਮੌਤ ਸਾਹਮਣੇ ਖੜੀ, ਮੌਤ ਨੂੰ ਕਲੋਲਾ ਕਰਦੇ ਨੇ ਜਿਨ੍ਹਾਂ ਨੇ ਮੌਤ ਪਹਿਲਾਂ ਕਬੂਲ ਕਰ ਲਈ, ਜਿਉਣ ਦੀ ਆਸ ਛੱਡ ਦਿੱਤੀ। ਇਸ ਕਰਕੇ ਮਨੁੱਖ ਦੇ ਜੀਵਨ ਅੰਦਰ ਮੌਤ ਦਾ ਭੈ ਸਦਾ ਬਣਿਆ ਰਹਿੰਦਾ ਹੈ, ਮੌਤ ਦੇ ਭੈ ਤੋਂ ਬਹੁਤ ਘਬਰਾਉਂਦਾ ਹੈ। ਇੱਕ ਨੌਜਵਾਨ, ਇੱਕ ਮਹਾਪੁਰਸ਼, ਬੰਦਗੀ ਵਾਲੀ ਰੂਹ, ਫਕੀਰ, ਜਿਨ੍ਹਾਂ ਨੇ ਹਰ
ਹਰ ਵਿਸ਼ਵਾਸ ਦੇ ਨਾਲ ਉਸ ਪ੍ਰਭੂ ਨੂੰ ਸਿਮਰਨਾ, ਉਹਦੀ ਇਬਾਦਤ ਕਰਨੀ। ਉਹਨਾਂ ਨੇ ਕਦੀ ਵੀ ਜੀਵਨ ਅੰਦਰ ਕਿਸੇ ਦਾ ਮਾੜਾ ਨਹੀਂ ਸੀ ਚਿਤਵਿਆ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੁਣ ਉਹ ਨੌਜਵਾਨ ਇੱਕ ਦੇਖਦਾ ਹੈ ਕਿ ਸਾਰੇ ਕਹਿੰਦੇ ਮਹਾਂਪੁਰਸ਼ ਬੜੇ ਪਰਉਪਕਾਰ ਵਾਲੇ ਨੇ, ਸਾਰਾ ਦਿਨ ਉਹਨਾਂ ਨੇ ਬੜੇ ਪਰਉਪਕਾਰ ਦੇ ਕਾਰਜ ਕਰਨੇ, ਸਾਰਾ ਦਿਨ ਭਲੇ ਦੇ ਕਾਰਜ ਕਰਦਿਆਂ ਲੰਘ ਜਾਣਾ, ਪਰ ਪ੍ਰਭੂ ਦਾ ਸਿਮਰਨ ਨਾ ਛੱਡਣਾ। ਤੇ ਉਹ ਸੋਚਦਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਦੇ ਜੀਵਨ ਦੇ ਅੰਦਰ ਕਦੀ ਵੀ ਕਿਸੇ ਦਾ ਮਾੜਾ ਖਿਆਲ ਨਾ ਆਇਆ ਹੋਵੇ, ਮਾੜਾ ਕਰਨ ਬਾਰੇ ਕਦੀ ਸੋਚਿਆ ਵੀ ਨਾ ਹੋਵੇ, ਕਿਵੇਂ ਹੋ ਸਕਦਾ? ਉਹਨੇ ਅਕਸਰ ਸਵਾਲ ਕਰਨਾ ਤੇ ਉਹਨਾਂ ਨੇ ਟਾਲ ਦੇਣਾ, ਕੋਈ ਨਹੀਂ ਫਿਰ ਦੇਵਾਂਗੇ ਜਵਾਬ। ਇੱਕ ਦਿਨ ਕਾਫੀ ਸਮਾਂ ਜਦੋਂ ਲੰਘ ਗਿਆ, ਨੌਜਵਾਨ ਫਿਰ ਆਇਆ, ਉਹਨੇ ਸਵਾਲ ਦੁਹਰਾਇਆ ਤੇ ਮਹਾਂਪੁਰਸ਼ਾਂ ਨੇ ਕੋਲ ਬਿਠਾ ਲਿਆ। ਕਹਿੰਦੇ ਬੈਠ, ਅੱਜ ਤੇਰੇ ਸਵਾਲ ਦਾ ਜਵਾਬ ਦੇ ਦਈਏ। ਕਹਿੰਦੇ ਦੱਸ ਹੁਣ ਤੇਰਾ ਸਵਾਲ ਕੀ ਹੈ? ਕਹਿੰਦਾ ਜੀ ਸਵਾਲ ਇਹੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮਨੁੱਖ ਦੇ ਜੀਵਨ ਅੰਦਰ, ਚਲੋ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਕਦੀ ਖਿਆਲ ਮਨ ਵਿੱਚ ਵੀ ਨਾ ਆਇਆ ਹੋਵੇ, ਮਾੜਾ ਕਰਨ ਬਾਰੇ ਸੋਚਿਆ ਵੀ ਨਾ ਹੋਵੇ। ਕਹਿੰਦੇ ਤੇਰੇ ਸਵਾਲ ਦਾ ਜਵਾਬ ਤਾਂ ਅਸੀਂ ਜ਼ਰੂਰ ਦੇਵਾਂਗੇ। ਕਹਿੰਦਾ ਜੀ ਇੰਨਾ ਸਮਾਂ ਲੰਘ ਗਿਆ, ਮੇਰੇ ਸਵਾਲ ਦਾ ਜਵਾਬ ਤੁਸੀਂ ਉਦੋਂ ਕਿਉਂ ਨਹੀਂ ਦਿੱਤਾ, ਅੱਜ ਦੇ ਰਹੇ ਹੋ? ਕਹਿੰਦੇ ਸੋਚਿਆ ਕਿ ਹੁਣ ਕੱਲ ਨੂੰ ਤੇਰੀ ਮੌਤ ਹੋ ਜਾਣੀ ਆ, ਅੱਜ ਤੇਰੇ ਸਵਾਲ ਦਾ ਜਵਾਬ ਦੇ ਹੀ ਦਈਏ। ਇੰਨੀ ਗੱਲ ਕਹੀ ਬਸ। ਨੌਜਵਾਨ ਨੇ ਮੌਤ ਸ਼ਬਦ ਸੁਣੀ ਤੇ ਉਹਦੀ ਜਵਾਨੀ ਦੀ ਤਾਕਤ ਪਤਾ ਨਹੀਂ ਕਿੱਥੇ ਚਲੀ ਗਈ, ਸਤਿਆਹੀਨ ਹੋ ਗਿਆ। ਹੁਣ ਮੌਤ ਸ਼ਬਦ ਸੁਣਿਆ ਕਿ ਕੱਲ ਨੂੰ ਮੇਰੀ ਮੌਤ ਹੋ ਜਾਣੀ ਹੈ, ਹੁਣ ਸਵਾਲ ਭੁੱਲ ਗਿਆ। ਉਹ ਕਹਿੰਦੇ ਬੈਠ, ਸਵਾਲ ਦਾ ਜਵਾਬ ਲੈ ਲੈ। ਕਹਿੰਦੇ ਮੈਂ ਕੋਈ ਸਵਾਲ ਦਾ ਜਵਾਬ ਨਹੀਂ ਲੈਣਾ। ਹੁਣ ਕੰਧਾਂ ਨੂੰ ਫੜਦਾ ਹੈ, ਸਹਾਰਾ ਲੋਚਦਾ ਹੈ, ਬੜਾ ਔਖਾ ਹੋ ਕੇ ਉੱਠਦਾ, ਜਿਹੜਾ ਬੜਾ ਦੌੜ ਕੇ ਆਇਆ ਸੀ, ਬੜਾ ਛਾਲਾ ਮਾਰਦਾ ਫਿਰਦਾ ਸੀ, ਬੜੀ ਜਵਾਨੀ ਦੀ ਤਾਕਤ ਸੀ, ਉਹ ਸਾਰੀ ਖਤਮ ਹੋ ਗਈ। ਸਹਾਰਾ ਲੈ ਕੇ ਡਿੱਗਦਾ ਢਹਿੰਦਾ ਘਰ ਪਹੁੰਚਦਾ ਹੈ। ਘਰ ਵਾਲੇ ਪੁੱਛਦੇ ਕਿ ਤੈਨੂੰ ਕੀ ਹੋਇਆ, ਤੂੰ ਚੰਗਾ ਭਲਾ ਘਰੋਂ ਗਿਆ ਸਵੇਰੇ, ਤੇਰੇ ਮੱਥੇ ਤੇ ਤਰੇਲੀਆਂ ਹੋਈਆਂ ਨੇ, ਤੇਰਾ ਰੰਗ ਉੱਡਿਆ ਹੋਇਆ। ਕਹਿੰਦਾ ਮੈਨੂੰ ਫਲਾਣੇ ਮਹਾਂਪੁਰਸ਼ ਨੇ ਕਿਹਾ ਕਿ ਕੱਲ ਤੇਰੀ ਮੌਤ ਹੋ ਜਾਣੀ ਹੈ, ਤੇ ਉਹਨਾਂ ਵੀ ਸੱਚ ਮੰਨ ਲਿਆ ਕਿ ਉਹਦਾ ਕਿਹਾ ਤੇ ਕਦੀ ਟਲ ਨਹੀਂ ਸਕਦਾ, ਉਹ ਤਾਂ ਬੜੀ ਬੰਦਗੀ ਵਾਲੀ ਰੂਹ ਹੈ। ਸਾਰਾ ਪਰਿਵਾਰ ਫਿਕਰ ਵਿੱਚ ਪੈ ਗਿਆ। ਨੌਜਵਾਨ ਨੇ ਮੰਜਾ ਲੈ ਲਿਆ, ਮੰਜੇ ਤੇ ਲੇਟ ਗਿਆ। ਹੁਣ ਕੁਝ ਵੀ ਸੁਝਦਾ ਨਹੀਂ, ਮੌਤ ਦਿਸਦੀ ਹੈ ਕਿ ਕੱਲ ਨੂੰ ਮੌਤ ਹੋ ਜਾਣੀ ਹੈ। ਪਰਿਵਾਰ ਨੂੰ ਖਾਣਾ ਪੀਣਾ ਭੁੱਲ ਗਿਆ, ਇਹਨੂੰ ਨੌਜਵਾਨ ਨੂੰ ਖਾਣਾ ਪੀਣਾ ਭੁੱਲ ਗਿਆ, ਸਭ ਕੁਝ ਵਿਸਰ ਗਿਆ, ਕੁਝ ਚੇਤੇ ਨਹੀਂ ਆਉਂਦਾ। ਗਮ ਵਿੱਚ ਪਿਆ ਹੋਇਆ ਸਾਰਾ ਪਰਿਵਾਰ ਕਿ ਨੌਜਵਾਨ ਪੁੱਤਰ ਹੈ, ਕੱਲ ਇਹਦੀ ਮੌਤ ਹੋ ਜਾਵੇਗੀ। ਸਵੇਰ ਹੋਈ, ਉਹ ਫਕੀਰ ਘਰ ਚੱਲ ਕੇ ਆਇਆ। ਆ ਕੇ ਵੇਖਿਆ ਨੌਜਵਾਨ ਮੰਜੇ ਤੇ ਲੇਟਿਆ ਪਿਆ, ਉਹਦੇ ਕੋਲ ਬੈਠ ਗਏ। ਕਹਿੰਦੇ ਭਾਈ ਸੋਚਿਆ ਤੇਰੇ ਸਵਾਲ ਦਾ ਜਵਾਬ ਦੇ ਆਈਏ। ਕਹਿੰਦਾ ਮੈਂ ਕੋਈ ਸਵਾਲ ਦਾ ਜਵਾਬ ਨਹੀਂ ਲੈਣਾ, ਮੈਂ ਤਾਂ ਘੜੀ ਪਲ ਦਾ ਪ੍ਰਾਹੁਣਾ, ਮੇਰੀ ਤਾਂ ਮੌਤ ਆਉਣ ਵਾਲੀ ਹੈ। ਉਹ ਕਹਿੰਦੇ ਅੱਛਾ, ਜੇ ਅਸੀਂ ਕਹਿ ਦਈਏ ਤੇਰੀ ਮੌਤ ਨਹੀਂ ਹੋਵੇਗੀ ਫਿਰ? ਜਦੋਂ ਇੰਨੀ ਗੱਲ ਕਹਿਣ ਦੀ ਗੱਲ ਦੇਰ ਸੀ, ਜੀਵਨ ਹੈ ਕਿ ਆਸ ਕਰੈ। ਉਹਨਾਂ ਨੇ ਕਿਹਾ ਕਿ ਤੇਰੀ ਮੌਤ ਜੇ ਨਾ ਹੋਵੇ, ਅੱਖਾਂ ਵਿੱਚ ਚਮਕ ਆ ਗਈ, ਛਾਲ ਮਾਰ ਕੇ ਬੈਠ ਗਿਆ। ਜਿਹੜੇ ਸਰੀਰ ਵਿੱਚ ਸੱਤਿਆ ਨਹੀਂ ਸੀ ਰਹੀ, ਡਿੱਗਦਾ ਢਹਿੰਦਾ ਘਰ ਆਇਆ, ਮੰਜੇ ਤੇ ਛਾਲ ਮਾਰ ਕੇ ਬੈਠਾ। ਕਹਿੰਦਾ ਸੱਚੀ ਮੇਰੀ ਮੌਤ ਨਹੀਂ ਹੋਵੇਗੀ? ਕਹਿੰਦੇ ਤੇਰੀ ਮੌਤ ਨਹੀਂ ਹੋਵੇਗੀ। ਸਾਨੂੰ ਇੱਕ ਸਵਾਲ ਦਾ ਜਵਾਬ ਦੇ ਕਿ ਜਦੋਂ ਦਾ ਤੂੰ ਸਾਡੇ ਕੋਲੋਂ ਕੱਲ ਦਾ ਆਇਆ, ਜਦੋਂ ਤੋਂ ਤੂੰ ਮੌਤ ਬਾਰੇ ਸੁਣਿਆ ਕਿ ਤੇਰੀ ਮੌਤ ਜਾਣੀ ਹੈ, ਉਦੋਂ ਤੂੰ ਮਨ ਵਿੱਚ ਕੀ ਕੁਝ ਸੋਚਿਆ? ਕਹਿਣ ਲੱਗਾ ਜੀ ਸੋਚਿਆ, ਮੇਰੇ ਮਨ ਵਿੱਚ ਕੋਈ ਖਿਆਲ ਨਹੀਂ ਆਇਆ, ਕੋਈ ਸੋਚ ਨਹੀਂ ਆਈ, ਮੈਂ ਤਾਂ ਇੱਕੋ ਮੌਤ ਵੇਖ ਰਿਹਾ ਸੀ ਕਿ ਕੱਲ ਮੇਰੀ ਮੌਤ ਹੋ ਜਾਣੀ ਹੈ। ਕਹਿੰਦੇ ਤੂੰ ਤਾਂ ਇੱਕ ਵਾਰੀ ਮੌਤ ਸ਼ਬਦ ਸੁਣਿਆ ਤੇ ਸਭ ਕੁਝ ਭੁੱਲ ਗਿਆ। ਮੈਂ ਹਰ ਵੇਲੇ ਹਰ ਸਵਾਸ ਨਾਲ ਮੌਤ ਨੂੰ ਯਾਦ ਰੱਖਦਾ, ਇਸ ਕਰਕੇ ਮੇਰਾ ਮਾੜਾ ਚਿਤਵਨ, ਮਾੜਾ ਖਿਆਲ, ਮਾੜਾ ਕਰਨ ਬਾਰੇ ਮੈਂ ਕਦੀ ਸੋਚਦਾ ਵੀ ਨਹੀਂ। ਮੌਤ ਐਸੀ ਹੈ ਜਿਹਦੇ ਕਾਰਨ ਮਨੁੱਖ ਨੂੰ ਡਰ ਲੱਗਦਾ।
ਜੀਵਨ ਕੀ ਆਸ ਕਰੇ ਜਮ ਨਿਹਾਰੈ ਸਾਸਾ। ਮਨੁੱਖ ਜਿਉਣ ਦੀ ਆਸ ਲਈ ਬੈਠਾ, ਉਧਰ ਜਮ ਤੱਕ ਰਿਹਾ ਕਿ ਕਦੋਂ ਇਹਦੇ ਸਵਾਸ ਪੂਰੇ ਹੋਣ ਤੇ ਮੈਂ ਝਪਟ ਮਾਰਾਂ, ਪਕੜ ਕੇ ਇਹਨੂੰ ਲੈ ਜਾਵਾਂ। ਭਗਤ ਸਾਹਿਬ ਕਹਿੰਦੇ ਤੂੰ ਤਾਂ ਜੀਵਨ ਦੀਆਂ ਆਸਾਂ ਲਾਈ ਬੈਠਾ ਹੈ, ਪਰ ਉਧਰ ਜਮ ਤੈਨੂੰ ਵੇਖ ਰਿਹਾ, ਨਿਹਾਰ ਰਿਹਾ ਤੇਰੇ ਸਵਾਸਾਂ ਵੱਲ। ਜਦੋਂ ਸਵਾਸ ਪੂਰੇ ਹੋਏ ਤੇ ਉਹਨੇ ਤੈਨੂੰ ਆ ਕੇ ਵਾਲਾਂ ਤੋਂ ਪਕੜ ਲੈਣਾ ਤੇ ਘਸੀਟ ਕਰਕੇ ਲੈ ਜਾਣਾ, ਤੈਨੂੰ ਛੱਡਣਾ ਨਹੀਂ। ਲਿਹਾਜ਼ ਕਰਦਾ ਉਹ, ਚਾਹੇ ਬਚਪਨ ਹੋਵੇ, ਜਵਾਨੀ ਹੋਵੇ, ਬਜ਼ੁਰਗੀ ਦੀ ਅਵਸਥਾ ਹੋਵੇ। ਅਜਰਾਇਲ ਫਰਿਸ਼ਤਾ ਜਦੋਂ ਵਾਹਿਗੁਰੂ ਪਰਮੇਸ਼ਰ ਨੇ ਮਨੁੱਖੀ ਜੀਵਨ ਦੇ ਘਾਟ ਘੜਨੇ ਸੀ, ਮਨੁੱਖ ਨੂੰ ਬਣਾਉਣਾ ਸੀ, ਦੇਵਤਿਆਂ ਦੀ ਸਭਾ ਲੱਗੀ, ਸਾਰੇ ਦੇਵਤੇ ਬੁਲਾਏ ਕਿ ਜਾਓ ਮਾਤ ਲੋਕ ਵਿੱਚ, ਮਾਤ ਲੋਕ ਤੋਂ ਜਾ ਕੇ ਧਰਤੀ ਦੀ ਮਿੱਟੀ ਲਿਆਓ, ਮੈਂ ਮਨੁੱਖ ਬਣਾਉਣਾ ਚਾਹੁੰਦਾ। ਦੇਵਤਿਆਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਕੰਮ ਅਸੀਂ ਨਹੀਂ ਕਰ ਸਕਦੇ। ਕਹਿੰਦੇ ਫਿਰ ਅਜਰਾਇਲ ਫਰਿਸ਼ਤਾ ਜਿਹੜਾ ਸਾਰਿਆਂ ਤੋਂ ਲੁਕੋ ਕੇ ਰੱਖਿਆ ਸੀ ਪ੍ਰਭੂ ਨੇ, ਕਹਿੰਦੇ ਉਹਨੂੰ ਆਵਾਜ਼ ਦਿੱਤੀ, ਉਹ ਆਇਆ। ਉਹਦੇ ਆਉਂਦਿਆਂ ਜਿੰਨੇ ਦੇਵਤਿਆਂ ਦੀ ਸਭਾ ਲੱਗੀ ਸੀ ਸਾਰੇ ਮੂਰਛਤ ਹੋ ਗਏ। ਕਹਿੰਦੇ ਮੂਰਛਤਾ ਜਿਹੜੀ ਆ ਬੜੀ ਲੰਬਾ ਸਮਾਂ ਬਣੀ ਰਹੀ। ਉਹਨੂੰ ਕਹਿਣ ਲੱਗੇ ਅਜਰਾਇਲ ਜਾਂ ਮਾਤ ਲੋਕ ਵਿੱਚ ਜਾਵੇਂਗਾ? ਕਹਿੰਦਾ ਜਾਵਾਂਗਾ ਜੀ, ਤੁਹਾਡਾ ਹੁਕਮ ਹੈ। ਮਾਤ ਲੋਕ ਵਿੱਚ ਜਾ ਕੇ ਧਰਤੀ ਦੀ ਮਿੱਟੀ ਲੈ ਕੇ ਆ, ਮੈਂ ਮਨੁੱਖ ਦੀ ਘਾਟ ਘੜਨੀ ਹੈ। ਹੁਕਮ ਪਾ ਕੇ ਅਜਰਾਇਲ ਫਰਿਸ਼ਤਾ ਆ ਗਿਆ। ਜਦੋਂ ਮਾਤ ਲੋਕ ਵਿੱਚ ਆਇਆ, ਧਰਤੀ ਦੀ ਮਿੱਟੀ ਲਈ ਔਰ ਵਾਪਸ ਗਿਆ, ਪ੍ਰਭੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਪੁੱਛਿਆ ਕਿ ਜਦੋਂ ਤੂੰ ਮਾਤ ਲੋਕ ਵਿੱਚ ਗਿਆ ਧਰਤੀ ਦੀ ਮਿੱਟੀ ਲੈਣ ਵਾਸਤੇ, ਮਿੱਟੀ ਲੈ ਕੇ ਚੱਲਿਆ, ਧਰਤੀ ਨੇ ਤੇਰੇ ਅੱਗੇ ਪੁਕਾਰ ਨਾ ਕੀਤੀ, ਵਾਸਤੇ ਨਾ ਪਾਏ, ਰੋਈ ਨਾ? ਕਹਿੰਦਾ ਜੀ ਬਹੁਤ ਰੋਈ ਕੁਰਲਾਈ ਧਰਤੀ, ਬੜੇ ਵਾਸਤੇ ਪਾਏ, ਮੇਰੀ ਮਿੱਟੀ ਨਾ ਲੈ ਕੇ ਜਾ, ਮਨੁੱਖ ਦੀ ਘਾਟ ਕਰਨ ਵਾਸਤੇ, ਮਨੁੱਖ ਨੂੰ ਬਣਾਉਣ ਵਾਸਤੇ ਮੇਰੀ ਮਿੱਟੀ ਨਾ ਲੈ ਜਾ। ਬੜੇ ਵਾਸਤੇ ਪਾਏ, ਬੜੇ ਤਰਲੇ ਕੀਤੇ, ਬੜੇ ਕੀਰਨੇ ਪਾਏ, ਪਰ ਪ੍ਰਭੂ ਕਹਿੰਦਾ ਤੈਨੂੰ ਤਰਸ ਨਾ ਆਇਆ? ਕਹਿੰਦਾ ਜੀ ਤਰਸ ਕਾਹਦਾ, ਤੁਹਾਡਾ ਹੁਕਮ ਸੀ, ਤੁਹਾਡਾ ਹੁਕਮ ਵਜਾ ਕੇ ਮੈਂ ਆ ਗਿਆ। ਹੁਣ ਅੱਜ ਵੇਖਦੇ ਆ ਨੌਜਵਾਨ ਚਲਾ ਜਾਵੇ, ਬੱਚਾ ਚਲਾ ਜਾਵੇ, ਘਰ ਵਿੱਚੋਂ ਭਾਵੇਂ ਬਜ਼ੁਰਗ ਵੀ ਚਲਾ ਜਾਵੇ ਤੇ ਘਰ ਪਰਿਵਾਰ ਦੇ ਵਾਸਤੇ ਕੀਰਨੇ ਪਾਉਂਦੇ ਨੇ, ਚੀਕਾਂ ਮਾਰਦੇ ਨੇ, ਚੀਕ ਚਿਹਾੜਾ ਪੈ ਜਾਂਦਾ ਹੈ, ਪਰ ਉਹ ਅਜਰਾਇਲ ਫਰਿਸ਼ਤਾ ਤਰਸ ਨਹੀਂ ਕਰਦਾ, ਤਰਸ ਨਹੀਂ ਕਰਦਾ। ਚਾਹੇ ਕਿਸੇ ਦਾ ਇਕਲੌਤਾ ਜਵਾਨ ਪੁੱਤਰ ਹੈ, ਉਹਦੇ ਤੇ ਵੀ ਤਰਸ ਨਹੀਂ ਕਰਦਾ, ਕਿਉਂਕਿ ਸਮਾਂ ਜਿਤਨਾ ਸੀ ਪਰਮੇਸ਼ਰ ਨੇ ਦਿੱਤਾ, ਜਿਤਨੇ ਸਵਾਸ ਸਨ ਉਹ ਪੂਰੇ ਹੋਏ ਤੇ ਉਹਨੇ ਉਸੇ ਵੇਲੇ ਪਕੜ ਕੇ ਲੈ ਜਾਣਾ ਹੈ। ਚਾਹੇ ਸਾਰਾ ਪਰਿਵਾਰ ਰੋਂਦਾ ਰਹਿ ਜਾਵੇ, ਤਰਲੇ ਵਾਸਤੇ ਪਾਉਂਦਾ ਰਹਿ ਜਾਵੇ, ਪਰ ਉਹਨੇ ਤਰਸ ਨਹੀਂ ਕਰਨਾ। ਕਹਿੰਦੇ ਉਹ ਤੇਰੇ ਸਾਸਾਂ ਨੂੰ ਨਿਹਾਰ ਰਿਹਾ ਹੈ, ਵੇਖ ਰਿਹਾ ਤੂੰ ਜੀਵਨ ਦੀ ਆਸ ਲਾ ਕੇ ਬੈਠਾ ਹੈ। ਬਾਜੀਗਰ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਇਹ ਸੰਸਾਰ ਬਾਜੀਗਰ ਦੀ ਖੇਡ ਵਾਂਗੂ ਹੈ। ਬਾਜੀਗਰ ਸਾਡੇ ਸਾਹਮਣੇ ਕਿੰਨੀਆਂ ਖੇਡਾਂ ਖੇਡਦੇ ਹੁੰਦੇ ਨੇ। ਕਹਿੰਦੇ ਉਸੇ ਤਰ੍ਹਾਂ ਸੰਸਾਰ ਬਾਜੀਗਰ ਦੀ ਖੇਡ ਵਾਂਗੂ ਹੈ, ਚੇਤ ਢਾਲ ਪਾਸਾ। ਤੇ ਇਹਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਪ੍ਰਭੂ ਦੀ ਯਾਦ ਵਾਲਾ ਪਾਸਾ ਸੁੱਟਣਾ ਕਰ, ਭਾਵ ਉਸ ਪ੍ਰਭੂ ਨੂੰ ਸਿਮਰਦਾ ਰਹਿ, ਉਹਦੀ ਯਾਦ ਸਦਾ ਹਿਰਦੇ ਵਿੱਚ ਬਣਾ ਕੇ ਰੱਖ। ਜਿਸ ਨੇ ਤੇਰੀ ਇਹ ਘਾਟ ਘੜੀ ਹੈ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਮਾਤਾ ਦੇ ਉਦਰ ਵਿੱਚ ਰੱਖਿਆ ਕੀਤੀ ਹੈ, ਤੂੰ ਉਹਨੂੰ ਵਿਸਾਰ ਕਰਕੇ ਜਿਹੜਾ ਲੋਭ ਵਿੱਚ ਪਿਆ ਹੋਇਆ ਹੈ, ਪਦਾਰਥਾਂ ਦੀ ਹੋੜ ਵਿੱਚ ਲੱਗਿਆ ਹੋਇਆ, ਵਿਕਾਰਾਂ ਵਿੱਚ ਪਿਆ, ਖਾਣ ਪੀਣ ਵਿੱਚ ਲੱਗਿਆ ਜਨਮ ਬਤੀਤ ਕਰ ਰਿਹਾ, ਉਹ ਪ੍ਰਭੂ ਤੈਨੂੰ ਵਿਸਰਿਆ ਹੋਇਆ ਹੈ। ਇਸ ਕਰਕੇ ਕੇਵਲ ਤੂੰ ਉਸ ਪ੍ਰਭੂ ਨੂੰ ਸਿਮਰ, ਉਹਦੀ ਯਾਦ ਹਿਰਦੇ ਵਿੱਚ ਬਣਾ ਕੇ ਰੱਖ। ਇਹ ਸੰਸਾਰ ਜਿਹੜਾ ਨਾਸ਼ਵੰਤ ਹੈ, ਇਸ ਸੰਸਾਰ ਵਿੱਚ ਜਿਤਨੇ ਵੀ ਆਏ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ, ਜਿਵੇਂ ਜਿਵੇਂ ਔਦ ਪੂਰੀ ਹੁੰਦੀ ਜਾਣੀ ਹੈ, ਸਭ ਨੇ ਸੰਸਾਰ ਤੋਂ ਚਲੇ ਜਾਣਾ ਪੈਣਾ ਹੈ। ਇਸ ਕਰਕੇ ਪ੍ਰਭੂ ਨੂੰ ਸਿਮਰ, ਉਹਦੀ ਯਾਦ ਸਦਾ ਹਿਰਦੇ ਵਿੱਚ ਬਣਾ ਕਰਕੇ ਰੱਖ।